ਜਿਹਦਾ ਜਵਾਨ ਬੇਟਾ ਗਿਆ ਮੈਨੂੰ ਸਕੂਨ ਨਹੀਂ ਹੁੰਦਾ ਸਾਰੀ ਜ਼ਿੰਦਗੀ। ਮੈਨੂੰ ਤੇ ਇੱਕ ਮਿੰਟ ਨਹੀਂ ਮੇਰਾ ਬੱਚਾ ਭੁੱਲਿਆ ਤੇ ਉਹ ਸਕੂਨ ਨਾਲ ਆਪਣੇ ਘਰਾਂ 'ਚ ਬੈਠੇ ਹੋਏ ਨੇ, ਕਿੰਜ ਬੈਠੇ ਨੇ 5 ਵਜੇ 6 ਵਜੇ ਘਰ ਮੇਰਾ ਬੇਟਾ ਕੰਮ ਤੋਂ ਆਪਣੇ ਅੱਬੂ ਨਾਲ ਆਉਂਦਾ। ਹੁਣ ਉਹ ਕੱਲਾ ਹੁੰਦਾ ਤੇ ਮੇਰੇ ਦਿਲ ਨੂੰ ਘਬਰਾ ਪੈਂਦਾ ਕਿ ਮੇਰਾ ਪੁੱਤਰ ਨਹੀਂ ਆ ਰਿਹਾ ਨਾਲ। ਮੈਨੂੰ कुछ भी नहीं अच्छा लगता मेरे बेटे तो बगैर। फिर उन्होंने प्लान किया कि इसको लेके जाना है, ठीक है। फिर उन्होंने इतनी बेदर्दी से उसे मारा, उसके ना सर में उन्होंने डंडा मारा। अस्सलामुअलैकुम, आप टीवी से मैं हूं फैसल खान सूरी। थाना हरबंसपुरा की हदूद से एक बोरी बंद लाश मिलती है। लाश शहराज की थी। शहराज को क्यों और किसने कत्ल किया, आइए जानने की कोशिश करते हैं। मेरे साथ मकतूल की वालिदा और उसका बड़ा भाई मौजूद है, इनसे जानते हैं मुकम्मल वकूआ। मां जी मैनू दसो कित्थे गया सी तुहाडा बेटा? ਉਹ ਬਾਹਰ ਗਿਆ ਸੀ। ਕਿਹੜੀ ਜਗ੍ਹਾ? ਦੱਸ ਕੇ ਨਹੀਂ ਗਿਆ, ਬਸ ਕਹਿੰਦਾ ਸੀ ਕਿ ਮੈਂ ਬਾਹਰ ਚੱਲਾ ਵਾਂ। ਅੱਛਾ। ਹਾਂਜੀ ਤੇ 2-3 ਦਿਨ ਇਤਵਾਰ ਵਾਲੇ ਦਿਨ ਸਾਨੂੰ ਖਬਰ ਪੁਲਿਸ ਵਾਲੇ ਆ ਗਏ ਸੀ ਲੈ ਕੀ ਖਬਰ ਆਈ ਸੀ ਕਿ ਉੱਥੇ ਫੌਤ ਹੋਇਆ ਪਿਆ, ਲਾਸ਼ ਦੀ ਪਈ ਹੈ। ਕਿਸ ਹਾਲਤ 'ਚ ਹੈਗੀ ਸੀ ਲਾਸ਼? ਸਾਡੇ ਉਹਦੇ ਵਿੱਚ ਬੋਰੀ ਬੰਦ ਲਾਸ਼ ਸੀ। ਅੱਛਾ। ਹਾਂਜੀ ਕਿੰਨੇ ਕਤਲ ਕੀਤਾ, ਕੁਝ ਪਤਾ ਚੱਲਿਆ? ਇੱਧਰ ਨਜਾਇਜ਼ ਫਰੋਸ਼ ਹੈਗੇ ਨੇ, ਉਹਨਾਂ ਨੇ ਕਤਲ ਕੀਤਾ ਹੈ। ਉਹਨਾਂ ਨੇ ਅਸੀਂ ਫੜਾਇਆ ਪਰ ਸਾਡੇ ਹੱਕ 'ਚ ਕੁਝ ਵੀ ਨਹੀਂ ਹਾਲੇ ਹੋ ਰਿਹਾ। ਅੱਛਾ। ਹਾਂਜੀ ਅੱਜ ਕਿੰਨਾ ਅਰਸਾ ਹੋ ਗਿਆ ਸਾਰੇ ਵਾਕਿਆ ਨੂੰ? ਅੱਜ ਮੇਰਾ ਬੱਚਾ ਮੈਨੂੰ 25 ਦਿਨ ਹੋ ਗਏ ਨੇ ਫੌਤ ਹੋਏ ਨੂੰ ਤੇ ਸਾਡਾ ਕੁਝ ਵੀ ਨਹੀਂ ਹੋ ਰਿਹਾ। ਹਾਂਜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ? ਕਾਰਵਾਈ ਨਹੀਂ ਕੀਤੀ, ਬੰਦੇ ਹੀ ਫੜਾਏ ਨੇ ਸੀ ਪਰ ਸਾਡੇ ਹੱਕ 'ਚ ਕੁਝ ਵੀ ਨਹੀਂ ਹੋ ਰਿਹਾ। ਕੀ ਉਮਰ ਸੀ ਤੁਹਾਡੇ ਬੇਟੇ ਦੀ? 22 ਸਾਲ 23 ਸਾਲ ਦਾ ਬੱਚਾ ਸੀ ਮੇਰਾ। ਸ਼ਾਦੀशुदा ਸੀ? ਨਹੀਂ ਸ਼ਾਦੀशुदा ਨਹੀਂ ਸੀ, ਕੁਆਰਾ ਸੀ। ਪੜਦਾ ਸੀ? ਨਹੀਂ ਪੜਦਾ ਨਹੀਂ ਸੀ, ਕੰਮ ਕਰਦਾ ਸੀ। ਕੀ ਕੰਮ ਕਰਦਾ ਸੀ? ਕੰਮ ਪਹਿਲਾਂ ਇਸਤਰੀਆਂ ਦਾ ਕਰਦਾ ਸੀ, ਹੁਣ ਆਪਣੇ ਅੱਬੂ ਨਾਲ ਜਿੱਥੇ ਅਸੀਂ ਮਕਾਨ ਬਣਾ ਰਹੇ ਨਾ ਉੱਥੇ ਜਾਂਦਾ ਸੀ। ਕਿਸੇ ਨਾਲ ਕੋਈ ਦੁਸ਼ਮਣੀ ਹੈਗੀ ਸੀ? ਕੋਈ ਦੁਸ਼ਮਣੀ ਨਹੀਂ ਹੈ ਸੀ ਕਿਸੇ ਨਾਲ, ਬਸ ਬਾਹਰੋਂ ਸਾਨੂੰ ਇਹੀ ਪਤਾ ਲੱਗਿਆ ਕਿ ਕਿਸੇ ਨੇ ਫੜਾਇਆ ਸੀ ਨਜਾਇਜ਼ ਫਰੋਸ਼ ਨੂੰ ਤੇ ਉਹਨੇ ਫਿਰ ਆ ਕੇ 20,000 ਰੁਪਇਆ ਦੇ ਕੇ ਛੁੱਟ ਕੇ ਆਇਆ ਹੈ। ਉਹਨਾਂ ਨੇ ਫਿਰ ਸਲਾਹ ਕੀਤੀ ਕਿ ਅਸੀਂ ਇਹਨੂੰ ਮਾਰਨਾ ਹੈ। ਫਿਰ ਇੱਥੋਂ 3-4 ਬੰਦੇ ਇਕੱਠੇ ਹੋਏ ਨੇ, ਲੈ ਕੇ ਗਏ ਨੇ ਮੇਰੇ ਬੇਟੇ ਨੂੰ, ਪਤਾ ਨਹੀਂ ਕਿੱਥੇ ਲਗਾ ਕੇ ਗਏ, ਕਿੱਥੇ ਨਹੀਂ ਮਾਰਿਆ ਡੰਡਿਆਂ ਦੇ ਨਾਲ। ਪਹਿਲੇ ਅਗਵਾ ਕੀਤਾ ਸੀ? ਹਾਂਜੀ ਪਹਿਲੇ ਇੱਕ ਦਿਨ ਉਹਨਾਂ ਨੇ ਰੱਖਿਆ ਹੈ। ਕਿੱਥੋਂ ਅਗਵਾ ਕੀਤਾ ਸੀ? ਘਰੋਂ ਲੈ ਕੇ ਗਏ ਸੀ? ਨਹੀਂ ਘਰੋਂ ਨਹੀਂ ਲੈ ਕੇ ਗਏ, ਬਾਹਰੋਂ ਕਿੱਥੋਂ ਗਿਆ ਉਹਨਾਂ ਦੇ ਨਾਲ। ਹਾਂਜੀ ਤੇ ਉਹ ਨਜਾਇਜ਼ ਫਰੋਸ਼ ਹੈਗੇ ਨੇ, ਬੜੇ ਵੱਡੇ ਗੈਂਗ ਹੈਗਾ ਉਹਨਾਂ ਦਾ। ਇਸੇ ਪਿੰਡ ਦੇ ਹੈਗੇ? ਹਾਂ ਇੱਥੇ ਦੇ ਹੀ ਹੈਗੇ ਨੇ, ਇਹ ਦਰਬਾਰ ਤੇ ਕੋਲ ਉਹਦਾ ਹੈਗਾ ਜਿਹਨੇ ਮਾਰਿਆ ਮੇਰੇ ਬੱਚੇ ਨੂੰ। ਔਰ ਵੀ ਉਹਨਾਂ ਨੇ ਕੋਈ ਕਾਰਵਾਈ ਪਾਈ ਕਿਤੇ? ਹੋਰ ਵੀ ਉਹਨਾਂ ਨੇ ਕਾਰਵਾਈ ਪਾਈ, ਆਪਣਾ ਬਹਿਨੋਈ ਵੀ ਉਹਨਾਂ ਨੇ ਮਾਰਿਆ ਹੈ। ਹਾਂਜੀ ਇਸ ਕਾਤਲ ਬੰਦੇ ਹੈਗੇ ਨੇ ਉਹ। ਉਹਨਾਂ ਨੇ ਮੇਰੇ ਬੱਚੇ ਦੇ ਤਸ਼ੱਦਦ ਬਹੁਤ ਕੀਤਾ, ਡੰਡੇ ਮਾਰ ਕੇ ਨਾ ਮੇਰੇ ਬੱਚੇ ਨੂੰ ਮਾਰਿਆ ਉਹਨਾਂ ਨੇ। ਜਦੋਂ ਲਾਸ਼ ਤੁਹਾਡੇ ਤੱਕ ਪਹੁੰਚੀ ਕਿਸ ਹਾਲਤ 'ਚ ਹੈਗੀ ਸੀ? ਲਾਸ਼ ਤੇ ਉੱਥੇ ਲੈ ਗਏ ਸੀ ਨਾ ਹਸਪੀਟਲ। ਜਦੋਂ ਉੱਥੋਂ ਆਇਆ ਨਾ ਪੋਸਟਮਾਰਟਮ ਕੀਤਾ, ਇਹ ਦਿਮਾਗ ਦੇ ਵਿੱਚ ਉਹਨਾਂ ਨੇ ਡੰਡੇ ਮਾਰ ਕੇ ਮਾਰਿਆ ਮੇਰੇ ਬੇਟੇ ਨੂੰ। ਇਹ ਨੱਕ ਤੇ ਸੱਟ ਲੱਗੀ, ਅੱਖ ਤੇ ਸੱਟ ਲੱਗੀ, ਹੋਂਠਾਂ ਤੇ ਸੱਟ ਲੱਗੀ, ਬੜਾ ਭੈੜਾ ਕਰਕੇ ਮਾਰਿਆ ਉਹਨਾਂ ਨੇ। ਅਸੀਂ ਵੀ ਉਹਨਾਂ ਇਨਸਾਫ ਚਾਹੁੰਦੇ ਹਾਂ ਕਿ ਇਹ ਜਿਨ੍ਹਾਂ ਨੇ ਕਤਲ ਕੀਤਾ ਨਾ ਉਹ ਉਹਨੂੰ ਵੀ ਇੰਝ ਹੀ ਕਰਨ ਉਹਨਾਂ ਨਾਲ। ਜਿਹਦਾ ਜਵਾਨ ਬੇਟਾ ਗਿਆ ਮੈਨੂੰ ਸਕੂਨ ਨਹੀਂ ਹੁੰਦਾ ਸਾਰੀ ਜ਼ਿੰਦਗੀ। ਮੈਨੂੰ ਤੇ ਇੱਕ ਮਿੰਟ ਨਹੀਂ ਮੇਰਾ ਬੱਚਾ ਭੁੱਲਿਆ ਤੇ ਉਹ ਸਕੂਨ ਨਾਲ ਆਪਣੇ ਘਰਾਂ 'ਚ ਬੈਠੇ ਹੋਏ ਨੇ, ਕਿੰਝ ਬੈਠੇ ਨੇ। ਸਾਡੀ ਹਾਲਤ ਪੈੜੀ ਹੋ ਗਈ, ਸਾਰੇ ਦਿਨ ਹੀ ਮਰੀਜ਼ ਬਣ ਗਏ ਅਸੀਂ ਆਪਣੇ ਬੱਚੇ ਦੀ ਵਜ੍ਹਾ ਤੋਂ। ਮੈਨੂੰ ਇੱਕ ਮਿੰਟ ਨਹੀਂ ਸਕੂਨ ਹੁੰਦਾ ਮੇਰੇ ਬੱਚੇ ਤੋਂ। ਸਾਨੂੰ ਇਨਸਾਫ ਚਾਹੀਦਾ। ਜਿਹੜੇ ਗੈਂਗ ਫੜੇ ਕੋਈ ਉਹਨਾਂ ਨਾਲ ਤਸ਼ੱਦਦ ਨਹੀਂ ਕਰਦੇ ਪਏ, ਕੁਛ ਨਹੀਂ ਉਹਨਾਂ ਨਾਲ ਕਰਦੇ ਪਏ। ਉਹ ਸਾਨੂੰ ਇਨਸਾਫ ਚਾਹੀਦਾ, ਉਹਨਾਂ ਨੂੰ ਪੁੱਛਣ। ਆਖਰੀ ਵਾਰੀ ਜਦੋਂ ਬੇਟਾ ਘਰੋਂ ਗਿਆ ਸੀ ਕੀ ਗੱਲ ਕਰਕੇ ਗਿਆ? ਵੈਸੇ ਬਾਹਰ ਹੀ ਗਿਆ, ਸਾਨੂੰ ਦੱਸਿਆ ਨਹੀਂ ਕਿ ਅਸੀਂ ਕਿੱਥੇ ਚੱਲਾਂਵਾ ਕਿੱਥੇ ਨਹੀਂ, ਬਸ ਬਾਹਰ ਹੀ ਗਿਆ ਤੇ ਵਾਪਸ ਨਹੀਂ ਆਇਆ। ਪੀਰ ਬੇਟਾ ਕੈਸਾ ਸੀ? ਇਖਲਾਕ ਦਾ ਕੈਸਾ ਸੀ? ਅਖਲਾਕ ਦਾ ਜਿੰਨੇ ਮਰਜ਼ੀ ਪੁੱਛ ਲਓ, ਅਖਲਾਕ ਦਾ ਬਹੁਤ ਹੀ ਮੇਰਾ ਬੇਟਾ ਅੱਛਾ ਹੈ। ਮੇਰੇ ਸਾਰੇ ਬੱਚੇ ਬੈਠੇ ਨੇ, ਅਖਲਾਕ ਦੇ ਸਾਰੇ ਹੀ ਅੱਛੇ ਨੇ। ਕਿਸੇ ਨਾਲ ਕੋਈ ਦੁਸ਼ਮਣੀ ਵਗੈਰਾ ਤੇ ਕੁਝ? ਨਹੀਂ ਕੋਈ ਲੜਾਈ ਝਗੜਾ ਕਦੀ ਮੇਰੇ ਬੱਚੇ ਨੇ ਕੀਤਾ ਹੀ ਨਹੀਂ ਸੀ ਕਿਸੇ ਨਾਲ। ਬੇਟਾ ਯਾਦ ਆਂਦਾ ਹੈ ਹੁਣ? ਕਿਉਂ ਨਹੀਂ ਆਉਂਦਾ? ਉਹਦੀਆਂ ਜਿਹੜੀਆਂ ਗੱਲਾਂ ਨੇ ਉਹ ਜ਼ਿਹਨ 'ਚ ਆਉਂਦੀਆਂ ਹੁਣ? ਮੇਰੇ ਜ਼ਿਹਨ ਮੇਰਾ ਹਾਲ ਵੇਖੋ ਕੀ ਹੋ ਗਿਆ। ਜੇ ਮੈਨੂੰ ਨਾ ਆਉਂਦੀਆਂ ਮਾਰਿਆ ਹੁੰਦਾ, ਮੈਂ ਇੱਕ ਮਿੰਟ ਨਹੀਂ ਭੁੱਲਦੀ। ਨਾ ਸੌਣ ਲੱਗੇ ਨਾ ਉੱਠਣ ਲੱਗੇ, ਤਿੰਨੇ ਭਰਾ ਆਉਂਦੇ ਨੇ, ਚੌਥੇ ਦਾ ਮੈਨੂੰ ਦਿਲ ਨੂੰ ਘਬਰਾ ਪੈਂਦਾ ਕਿ ਨਹੀਂ ਰਿਹਾ ਵਿੱਚ। ਬਸ ਸਾਨੂੰ ਇਨਸਾਫ ਚਾਹੀਦਾ ਹੈ। ਉਹ ਜਿਹੜੇ ਬੰਦੇ ਨੇ ਮਾਰੇ ਉੱਥੇ ਹੈਗਾ ਏ ਜੇਲ੍ਹ 'ਚ, ਉਹਨੂੰ ਕੁਛ ਵੀ ਨਹੀਂ ਥਾਣੇਦਾਰ ਕਹਿ ਰਹੇ, ਕੁਛ ਵੀ ਨਹੀਂ ਕਹਿ ਰਹੇ। ਕੀ ਲੱਗਦਾ ਪੈਸੇ ਖਾਏ ਹੋਏ ਨੇ ਉਹਨਾਂ ਨੇ? ਪਤਾ ਨਹੀਂ ਹੁਣ ਕੀ ਮਸਲਾ ਹੈ, ਹੁਣ ਉਹਨਾਂ ਨੂੰ ਮਸਲਾ ਹੈਗਾ ਹੈ ਕੋਈ ਕੀ ਕੀਤਾ ਤੇ ਕੀ ਨਹੀਂ। ਪੁੱਛਣਾ ਹੀ ਚਾਹੀਦਾ ਨਾ, ਤਫਤੀਸ਼ ਤਾਂ ਕਰਨੀ ਚਾਹੀਦੀ ਹੈ ਨਾ। 5 ਵਜੇ 6 ਵਜੇ ਘਰ ਮੇਰਾ ਬੇਟਾ ਕੰਮ ਤੋਂ ਆਪਣੇ ਅੱਬੂ ਨਾਲ ਆਉਂਦਾ। ਹੁਣ ਉਹ ਇਕੱਲਾ ਹੁੰਦਾ ਤੇ ਮੇਰੇ ਦਿਲ ਨੂੰ ਘਬਰਾ ਪੈਂਦਾ ਕਿ ਮੇਰਾ ਪੁੱਤਰ ਨਹੀਂ ਆ ਰਿਹਾ ਨਾਲ। ਮੈਨੂੰ ਸਾਰੇ ਇੱਕੋ ਜਿਹੇ ਮੇਰੇ ਬੇਟੇ ਨਾਲ ਬੜਾ ਪਿਆਰ ਸੀ। ਮੈਂ ਇਹਨੂੰ ਬੜੀ ਮੁਸ਼ਕਲ ਬਚਾਇਆ ਸੀ, ਬੜਾ ਮਿਹਨਤ ਕੀਤਾ। ਅੱਲਾਹ ਤਾਲਾ ਨੇ ਲੰਬੀ ਜ਼ਿੰਦਗੀ ਦਿੱਤੀ ਸੀ ਪਰ ਇਹ ਦੁਸ਼ਮਣਾਂ ਨੇ ਮੇਰੇ ਪੁੱਤਰ ਦੀ ਜ਼ਿੰਦਗੀ ਖੋਹ ਲਈ ਗਏ। ਮੈਨੂੰ ਕੁਝ ਵੀ ਨਹੀਂ ਅੱਛਾ ਲੱਗਦਾ ਮੇਰੇ ਬੇਟੇ ਤੋਂ ਬਗੈਰ। ਉਹਦਾ ਵਾਲਦ ਇੰਨਾ ਪਰੇਸ਼ਾਨ ਹੈ
ਮਿੰਟ ਬਾਅਦ ਸਾਡਾ ਖਾਣਾ ਪੀਣਾ ਕੁਛ ਨਹੀਂ ਲੰਘਦਾ ਸਾਡੇ ਹਲਕ 'ਚ ਕਿ ਅਸੀਂ ਇੰਨੇ ਪਰੇਸ਼ਾਨ ਆ ਆਪਣੇ ਬੇਟੇ ਤੋਂ। ਮੇਰਾ ਜਵਾਨ ਬੇਟਾ ਸੀ, ਇਹਨਾਂ ਜ਼ਾਲਮਾਂ ਨੇ ਬੜੀ ਭੈੜੀ ਮੌਤ ਮਾਰੀ ਮੇਰੇ ਬੇਟੇ ਨੂੰ। ਸਾਨੂੰ ਇਨਸਾਫ ਚਾਹੀਦਾ ਹੈ ਬਸ। ਜਿਹਨੇ ਕਤਲ ਕੀਤਾ ਉਹਨੂੰ ਸਜ਼ਾਏ ਮੌਤ ਹੋਣੀ ਚਾਹੀਦੀ, ਉਹਨੂੰ ਫਾਂਸੀ ਦੇਣੀ ਚਾਹੀਦੀ ਹੈ। सर आप मकतूल के भाई हैं, क्या कार्रवाई हुई है अभी तक पुलिस की जानिब से? अस्सलाम वालेकुम सर उन्होंने फड़े ने 2 ਬੰਦੇ ਅਸੀਂ ਆਪ ਫੜ ਕੇ ਦਿੱਤੇ ਹੈ। ਠੀਕ ਹੈ ਪੁਲਿਸ ਨੇ ਨਹੀਂ ਫੜੇ, ਤੁਸੀਂ ਆਪ ਫੜ ਕੇ ਦਿੱਤੇ ਨੇ? ਹਾਂਜੀ ਉਹ ਪੁਲਿਸ ਨੇ ਕਿਹਾ ਸਾਨੂੰ ਸੁਰਾਗ ਦਿਓ, ਅਸੀਂ ਫੜ ਕੇ ਦਿੱਤੇ ਆ ਜੋ ਵੀ ਮਾਮਲਾ ਤੇ ਸਾਰਾ ਕੁਝ। ਅੱਜ ਤਕਰੀਬਨ 4-5 ਦਿਨ ਹੋ ਗਏ ਆ ਫੜ ਕੇ ਦਿੱਤੇ ਹੋਏ। ਪੁਲਿਸ ਤਾਵਨ ਕਰ ਵੀ ਰਹੀ ਹੈ ਲੇਕਿਨ ਉਸ ਹਿਸਾਬ ਦਾ ਨਹੀਂ ਹੋ ਰਿਹਾ, ਤਫਤੀਸ਼ ਨਹੀਂ ਉਹਨਾਂ ਦੀ ਸਹੀ ਤਰੀਕੇ ਨਾਲ ਹੋ ਰਹੀ। ਕੀ ਵਜ੍ਹਾ ਹੈ, ਕਿਉਂ ਨਹੀਂ ਹੋ ਰਹੀ? ਸਰ ਇਹ ਤੇ ਹੁਣ ਵੱਲਾ ਆਲਮ, ਇਹ ਅੱਲਾ ਨੂੰ ਪਤਾ ਹੀ ਹੈ, ਉਹਨਾਂ ਨੂੰ ਪਤਾ ਹੈ ਹੁਣ। ਕਿਉਂਕਿ ਅਸੀਂ ਸੁਰਾਗ, ਉਹਨਾਂ ਨੇ ਕਿਹਾ ਸਾਨੂੰ ਸੁਰਾਗ ਦਿਓ, ਅਸੀਂ ਸੁਰਾਗ ਦਿੱਤਾ ਹੈ, ਅਸੀਂ ਉਹਨਾਂ ਨੂੰ ਫੜ ਕੇ ਦਿੱਤੇ ਆ। ਉਹਨਾਂ ਦੀ ਤਫਤੀਸ਼ ਨਹੀਂ ਅੱਛੇ जो तरीके। बंदे आपने पकड़वाए हैं उनके खिलाफ कोई सबूत है थे आपके पास? सर हमें बस सबूत, सारा कुछ सबूत है तो इसलिए पकड़ा है। क्यों? पुलिस को मुहैया किए हैं आपने? जी सर हमने किए हैं। तो फिर क्या मसला आ रहा है? सर अभी मसला ये है कि अभी उनकी अच्छी तरह से तफ्तीश नहीं हो रही। कौन रुकावट बन रहा है? अब रुकावट का यही है कि अब उनके पीछे जो जाते हैं सारे, उनके बहन भाई जो भी हैं सारे जा रहे हैं, इकट्ठे उधर जाते हैं। ठीक है, अभी हम उस दिन भी गए हैं लेकिन वो सारे उधर, उनका पूरा गैंग, मतलब कि जो भी उनके भाई बहन जो भी हैं सारा उनका टोला उधर बैठा हुआ है। थाने में आपकी तफ्तीश? हमारी है हरबंसपुरा थाना में। पोस्टमार्टम हुआ था? जी पोस्टमार्टम हुआ है। क्या रिपोर्ट में क्या आया था? अभी उनके पास ही है रिपोर्ट्स वगैरह। उन्होंने उस दिन ये बताया था कि उसके ना सर में उन्होंने डंडा मारा था। क्या दुश्मनी हो सकती है कि वो थैले में बांध के फिर मारा उसको? सर इतना पता चला था कि 2 दिन पहले जब वो घर से गया था तो उनका झगड़ा हुआ था। किसके साथ? जो नजायज़ फरोश है, क्या नाम है उसका? उस लड़के का नाम है, उसका 2 दिन पहले उसके साथ झगड़ा हुआ था। ठीक, किस बुनियाद पे, किस वजह से? नजायज़ फरोश था तो उसने कोई, उनका लेन देन का कोई मसला था आपस में। तो हमारे बच्चे ने पुलिस को इतला दी है, पुलिस उसे पकड़ के ले गई है, वो पैसे दे के तो छूट आया है। ठीक है, जब वो आया फिर उन्होंने प्लान किया कि इसको लेके जाना है। ठीक है, फिर उन्होंने इतनी बेदर्दी से उसे मार दिया और मार के और उन्होंने थैले में बांध के तो फेंक दिया। आपको लाश कहाँ से मिली थी? हमें लाश मिली है लाल पुल से, बोरी बंद लाश हमें मिली है। वो कचरे में पड़ी हुई थी या वैसे ही है? सर वो गली मोहल्लों में पड़ी थी। किसने बताया आपको? हमें पुलिस ने इतला दी है। 11:30 बजे पुलिस ने आके हमें इतला दी है। उसका आईडी कार्ड उधर से बोरी के अंदर ही था, उसकी पॉकेट में था, जो भी है। उन्होंने, पुलिस वालों ने ड्रेस देखा ऊपर सारा देख के तो फिर उन्होंने इतला दी है 11:30 बजे। थोड़ा सा तल्ख सवाल करने लगा हूँ कि आपके बेटे के क्यों ताल्लुकात थे उन लोगों के साथ, क्यों राब्ता था उनके साथ? क्या आपका बेटा भी ऐसा था? नहीं, मेरा बेटा ऐसा नहीं था। हमने इलाज करवाया उसका 3 महीने। वो नशा करता था पहले? नशा पहले करता था, हमने इलाज कराया 3 महीने पहले। अब बिल्कुल ठीक था? हाँ जी, राह नजात हॉस्पिटल है लाल पुल पे, हमने उधर इलाज करवाया है। अब बिल्कुल ठीक था। जैसे मेरे बेटे को मारा, सजाए मौत, फांसी होनी चाहिए। हमने इंसाफ मांगा है बस। से बोलते हैं उसने मेरे बेटे को मारा है, हमें इंसाफ चाहिए बस। बहुत अफसोस की बात है कि पंजाब में कत्ल गारत बढ़ती जा रही है लेकिन कानून नाफिज करने वाले अदारे कमज़ोर दिखाई दे रहे हैं। जगह जगह मोहल्ले में, हर मोहल्ले में आपको छोटी छोटी बात पे लड़ाई होती हुई दिखाई देगी और लोग एक दूसरे को कत्ल करना इतना आसान समझते हैं जैसे मुर्गी को ज़िबा कर रहा हो कोई। तो बहुत हैरानगी की बात है कि या तो हमारी कौम इतनी गंदी बन चुकी है कि किसी का एहसास नहीं रहा और किसी के बारे में दर्द नहीं रहा कि किसी इंसान की जान लेना इतना आसान बन चुका है कि किसी को भी मार दो, कोई मसला नहीं है, किसी को कुछ महसूस नहीं होता। बहुत अफसोस की बात है और मैं उम्मीद करता हूँ कि कानून नाफिज करने वाले अदारे ज़रूर फिलफौर इनको इंसाफ दिलाएंगे और मुलज़मान को कैफ़रे किरदार तक पहुँचाया जाएगा। इसी के साथ इजाज़त दीजिए, अल्लाह ने के बाद।